ਤੁਸੀਂ जुड़े हुए हो ਸਕਰੋਲ पंजाब ਦੇ ਨਾਲ ਤੇ मैं हाँ सुख पट्टीवाल। ਅੱਜ ਦੀਪ ਸਿੱਧੂ ਦੀਆਂ ਅਸਥੀਆਂ ਨੇ ਜਿਹੜੀਆਂ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਨੇ ਕਿਉਂਕਿ ਬੀਤੇ ਕੱਲ ਦੀਪ ਸਿੱਧੂ ਦੀ ਅੰਤਿਮ ਅਰਦਾਸ ਸੀ ਜਿਹੜੀ ਦੀਪ ਸਿੱਧੂ ਦੀ 1 ਲੱਖਾਂ ਦਾ ਜਿਹੜਾ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ ਸੀ। ਤਾਂ ਅੱਜ ਦੀਪ ਸਿੱਧੂ ਦੀਆਂ ਜਿਹੜੀਆਂ ਅਸਥੀਆਂ ਨੇ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਨੇ। ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੰਝੂਆਂ ਦੇ ਨਾਲ ਭਰੀਆਂ ਅੱਖਾਂ ਦੇ ਨਾਲ ਨੇ ਜਿਹੜੀਆਂ ਦੀਪ ਸਿੱਧੂ ਦੀਆਂ ਅਸਥੀਆਂ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਨੇ। ਇੱਕ ਵੱਡਾ ਇਕੱਠ ਉਸ ਵਕਤ ਵੀ ਦੇਖਣ ਨੂੰ ਮਿਲਿਆ ਤੇ ਨਾਲ ਹੀ ਇਹ ਦੀਪ ਸਿੱਧੂ ਦੇ ਵੱਲੋਂ ਬਣਾਈ ਗਈ ਜਥੇਬੰਦੀ ਵਾਰਿਸ ਪੰਜਾਬ ਦੇ ਉਹਨਾਂ ਦੇ ਵੱਲੋਂ ਨੌਜਵਾਨਾਂ ਦੇ ਨਾਮ ਇੱਕ ਸੰਦੇਸ਼ ਆ ਜਿਹੜਾ ਉਹ ਵੀ ਜਾਰੀ ਕੀਤਾ ਗਿਆ ਹੈ ਕਿਉਂਕਿ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਦੀਪ ਸਿੱਧੂ ਪੰਜਾਬ ਦੇ ਮੁੱਦੇ ਚੁੱਕ ਰਹੇ ਸੀ, ਪੰਜਾਬ ਪੱਖੀ ਗੱਲ ਕਰ ਰਹੇ ਸੀ। ਤਾਂ ਉਹਨਾਂ ਦੇ ਵੱਲੋਂ ਇੱਕ ਜਥੇਬੰਦੀ ਵੀ ਬਣਾਈ ਗਈ ਸੀ, ਦੀਪ ਸਿੱਧੂ ਦੇ ਵੱਲੋਂ ਇੱਕ ਜਥੇਬੰਦੀ ਵੀ ਬਣਾਈ ਗਈ ਸੀ। ਤਾਂ ਉਸ ਜਥੇਬੰਦੀ ਦੇ ਵੱਲੋਂ ਹੁਣ ਨੌਜਵਾਨਾਂ ਦੇ ਨਾਮ ਇੱਕ ਜਿਹੜਾ ਸੰਦੇਸ਼ ਆ ਉਹ ਵੀ ਦਿੱਤਾ ਗਿਆ ਹੈ, ਸੰਦੇਸ਼ ਨੌਜਵਾਨਾਂ ਦੇ ਨਾਮ ਦਿੱਤਾ ਗਿਆ ਹੈ। ਤਾਂ ਦਰਅਸਲ ਦੀਪ ਸਿੱਧੂ ਦੀ ਜਿਹੜੀ 15 ਫਰਵਰੀ ਨੂੰ ਦੀਪ ਸਿੱਧੂ ਦੀ ਇੱਕ ਹਾਦਸੇ ਦੇ ਦੌਰਾਨ ਮੌਤ ਹੋ ਗਈ ਸੀ। ਤਾਂ ਕੱਲ ਦੀਪ ਸਿੱਧੂ ਦੀ ਅੰਤਮ ਰਸਮਾਂ ਸੀ, ਜਿਹੜੀ ਅੰਤਮ ਅਰਦਾਸ ਸੀ, ਜਿਸ ਤੋਂ ਬਾਅਦ ਅੱਜ ਜਿਹੜਾ ਦੀਪ ਸਿੱਧੂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਿਹੜਾ ਨਮ ਅੱਖਾਂ ਦੇ ਨਾਲ ਦੀਪ ਸਿੱਧੂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ। ਤਾਂ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਉੱਥੇ ਦੀਪ ਸਿੱਧੂ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੀਪ ਸਿੱਧੂ ਨੂੰ ਚਾਹਣ ਵਾਲੇ ਉਹਨਾਂ ਦੀ ਜਥੇਬੰਦੀ ਦੇ ਮੈਂਬਰ, ਬਾਕੀ ਦੀਪ ਸਿੱਧੂ ਦੇ ਦੋਸਤ ਸਮੇਤ ਇੱਕ ਵੱਡਾ ਇਕੱਠ ਆ ਜਿਹੜਾ ਉਹ ਅੱਜ ਵੀ ਦੇਖਣ ਨੂੰ ਮਿਲਿਆ। ਤਾਂ ਦੱਸ ਦਈਏ ਕਿ ਇਹ ਜਦੋਂ ਦੀਪ ਸਿੱਧੂ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਤਾਂ ਉਸ ਤੋਂ ਬਾਅਦ ਜਿਹੜਾ ਉੱਥੇ ਪਾਠੀ ਸਿੰਘ ਦੇ ਵੱਲੋਂ ਅਰਦਾਸ ਕੀਤੀ ਗਈ, ਅੰਤਮ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਪਰਿਵਾਰਕ ਮੈਂਬਰ ਗੁਰਦੁਆਰਾ ਸਾਹਿਬ ਨਤਮਸਤਕ ਵੀ ਹੋਏ ਤੇ ਮੈਨੇਜਮੈਂਟ ਦੇ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਤਾਂ ਦੂਜੇ ਪਾਸੇ ਜਥੇਬੰਦੀ ਵਾਰਿਸ ਪੰਜਾਬ ਦੇ ਵੱਲੋਂ ਨੌਜਵਾਨਾਂ ਦੇ ਨਾਮ ਜਿਹੜਾ ਸੰਦੇਸ਼ ਦਿੱਤਾ ਗਿਆ, ਉਹਨਾਂ ਦਾ ਸੰਦੇਸ਼ ਕੁਝ ਇਸ ਪ੍ਰਕਾਰ ਸੀ ਕਿ ਦੀਪ ਸਿੱਧੂ ਚਾਹੁੰਦੇ ਸੀ ਕਿ ਨੌਜਵਾਨ ਉਹਨਾਂ ਦੀ ਸੋਚ ਨੂੰ ਅੱਗੇ ਵਧਾਉਣ। ਤਾਂ ਦੀਪ ਸਿੱਧੂ ਬੇਸ਼ੱਕ ਜਿਹੜੇ ਨੌਜਵਾਨ ਨੇ ਉਹ ਦੀਪ ਸਿੱਧੂ ਦੀ ਥਾਂ ਨਹੀਂ ਲੈ ਸਕਦੇ, ਪਰ ਹਮੇਸ਼ਾ ਦੀਪ ਸਿੱਧੂ ਦੇ ਨਾਲ ਖੜੇ ਰਹੇ ਨੇ, ਦੀਪ ਸਿੱਧੂ ਦੇ ਸਾਥ ਦਿੱਤਾ। ਤਾਂ ਦੂਜੇ ਪਾਸੇ ਦੀਪ ਸਿੱਧੂ ਵੀ ਪੰਜਾਬ ਦੇ ਨਾਲ ਖੜਿਆ ਰਿਹਾ। ਤਾਂ ਹੁਣ ਦੀਪ ਸਿੱਧੂ ਦੀ ਸੋਚ ਨੂੰ ਅੱਗੇ ਵਧਾਉਣਾ ਜਿਹੜਾ ਉਹ ਨੌਜਵਾਨਾਂ ਦਾ ਮਕਸਦ ਹੋਣਾ ਚਾਹੀਦਾ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਦੀਪ ਸਿੱਧੂ ਦੇ ਮਾਤਾ ਗੁਰਵਿੰਦਰ ਕੌਰ ਜੀ, ਚਾਚਾ ਬੇਦੀ ਸਿੰਘ ਤੇ ਦੀਪ ਸਿੱਧੂ ਦੀ ਧਰਮ ਪਤਨੀ ਨਮਰਤਾ ਕੌਰ ਸਿੱਧੂ ਤੇ ਉਹਨਾਂ ਦੀ ਬੇਟੀ ਰੇਨੇ ਸਿੱਧੂ ਤੇ ਬਾਕੀ ਹੋਰ ਪਰਿਵਾਰਿਕ ਮੈਂਬਰ ਵੀ ਮੌਕੇ ਤੇ ਮੌਜੂਦ ਰਹੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਵਕਤ ਦੀਆਂ ਇਹ ਤਸਵੀਰਾਂ ਨੇ ਜਦੋਂ ਦੀਪ ਸਿੱਧੂ ਦੀਆਂ ਅਸਥੀਆਂ ਸੀ ਜਿਹੜੀਆਂ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਸੀ। ਤਾਂ ਕਿਉਂਕਿ ਤੁਹਾਨੂੰ ਦੱਸ ਦਈਏ ਕਿ 15 ਫਰਵਰੀ ਨੂੰ ਇੱਕ ਘਟਨਾ ਘਟੀ ਸੀ, ਇੱਕ ਹਾਦਸੇ ਦਾ ਸ਼ਿਕਾਰ ਹੋਏ ਸੀ ਦੀਪ ਸਿੱਧੂ, ਕਿਉਂਕਿ ਦੀਪ ਸਿੱਧੂ ਤੇ ਦੀਪ ਸਿੱਧੂ ਦੀ ਇੱਕ ਮਹਿਲਾ ਮਿੱਤਰ ਜਿਹੜੀ ਰੀਨਾ ਰੋਏ ਦੋਨੋਂ ਹੀ ਜਿਹੜਾ ਵਾਪਸ ਆ ਰਹੇ ਸੀ ਦਿੱਲੀ ਤੋਂ ਪੰਜਾਬ ਵੱਲ ਨੂੰ। ਤਾਂ ਰਸਤੇ ਦੇ ਵਿੱਚ ਇੱਕ ਹਾਦਸਾ ਵਾਪਰ ਜਾਂਦਾ, ਹਾਲਾਂਕਿ ਉਹ ਹਾਦਸਾ ਸੀ ਜਾਂ ਕਿਸੇ ਦੀ ਸਾਜ਼ਿਸ਼ ਸੀ ਇਹ ਹਜੇ ਸਵਾਲਾਂ ਦੇ ਘੇਰੇ ਦੇ ਵਿੱਚ ਹੀ ਘਿਰੀ ਹੋਈ ਆ। ਪਰ ਆਉਂਦੇ ਸਮੇਂ ਇੱਕ ਹਾਦਸਾ ਵਾਪਰ ਜਾਂਦਾ ਗਾ, ਇੱਕ ਉਹਨਾਂ ਦੇ ਅੱਗੇ ਇਹ ਟਰਾਲਾ ਜਾ ਰਿਹਾ ਹੁੰਦਾ ਗਾ ਕੋਲੇ ਦਾ ਭਰਿਆ ਹੋਇਆ। ਤਾਂ ਟਰਾਲੇ ਦੇ ਵੱਲੋਂ ਅਚਾਨਕ ਜਿਹੜੀ ਬ੍ਰੇਕ ਆ ਉਹ ਮਾਰ ਦਿੱਤੀ ਜਾਂਦੀ ਆ। ਤਾਂ ਟਰਾਲੇ ਦੇ ਵੱਲੋਂ ਅਚਾਨਕ ਜਿਹੜੀ ਬ੍ਰੇਕ ਮਾਰੀ ਜਾਂਦੀ ਆ, ਜਿਸ ਦੇ ਚੱਲਦਿਆਂ ਇੱਕ ਦੀਪ ਸਿੱਧੂ ਦੀ ਜਿਹੜੀ ਗੱਡੀ ਆ ਸਕਾਰਪੀਓ ਗੱਡੀ ਦੇ ਵਿੱਚ ਦੀਪ ਸਿੱਧੂ ਸਵਾਰ ਸੀ, ਡਰਾਈਵ ਵੀ ਦੀਪ ਸਿੱਧੂ ਖੁਦ ਕਰ ਰਹੇ ਸੀ। ਤਾਂ ਗੱਡੀ ਉਸ ਟਰਾਲੇ ਦੇ ਵਿੱਚ ਵੜ ਜਾਂਦੀ ਆ, ਡਰਾਈਵਰ ਸਾਈਡ ਤੋਂ ਗੱਡੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਜਾਂਦੀ ਆ, ਜਿਸ ਦੇ ਵਿੱਚ ਮੌਕੇ ਤੇ ਹੀ ਦੀਪ ਸਿੱਧੂ ਆਪਣੀ ਜਾਨ ਗਵਾ ਬੈਠਦੇ ਨੇ। ਤਾਂ ਦੀਪ ਸਿੱਧੂ ਦੀ ਜੋ ਮਹਿਲਾ ਮਿੱਤਰ ਨਾਲ ਸੀ ਉਹਦੇ ਵੱਲੋਂ ਵੀ ਅੱਜ ਪੋਸਟ ਪਾ ਕੇ ਇਹ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ। ਖੁਲਾਸਾ ਕੀਤਾ ਗਿਆ ਕਿ ਇਹ ਜਦੋਂ ਕਿਉਂਕਿ ਉਹਦਾ ਕਹਿਣਾ ਗਾ ਕਿ ਮੈਂ ਸੋ ਗਈ ਸੀ ਹਾਦਸੇ ਤੋਂ ਪਹਿਲਾਂ ਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਦੀਪ ਸਿੱਧੂ ਇੱਕ ਸਾਈਡ ਤੇ ਬੇਹੋਸ਼ ਸੁੱਤਾ ਪਿਆ ਸੀ। ਜਿਸ ਤੋਂ ਬਾਅਦ ਦੀਪ ਸਿੱਧੂ ਦੇ ਭਰਾ ਦੇ ਨਾਲ ਗੱਲ ਕੀਤੀ ਗਈ, ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਗਿਆ। ਤਾਂ ਉਸ ਤੋਂ ਬਾਅਦ ਦੀਪ ਸਿੱਧੂ ਹੋਰਾਂ ਨੂੰ ਹਸਪੀਟਲ ਆ ਜਿਹੜਾ ਉਹ ਲਿਜਾਇਆ ਗਿਆ। ਜਦੋਂ ਹਸਪੀਟਲ ਜਾਇਆ ਜਾਂਦਾ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਦੀਪ ਸਿੱਧੂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ। ਤਾਂ ਜਿਵੇਂ ਹੀ ਖਬਰ ਸਾਹਮਣੇ ਆਉਂਦੀ ਆ ਤਾਂ ਫਿਰ
ਚਾਰੇ ਪਾਸੇ ਸਨਸਨੀ ਫੈਲ ਜਾਂਦੀ ਆ। ਪੂਰੇ ਪੰਜਾਬ ਤੇ ਇੱਕ ਦੁੱਖਾਂ ਦਾ ਪਹਾੜ ਆ ਜਿਹੜਾ ਉਹ ਟੁੱਟ ਜਾਂਦਾ ਗਾ ਜਦੋਂ ਖਬਰ ਸਾਹਮਣੇ ਆਉਂਦੀ ਆ ਕਿ ਦੀਪ ਸਿੱਧੂ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ। ਇਸ ਦੁਨੀਆ ਨੂੰ ਦੀਪ ਸਿੱਧੂ ਨੇ ਅਲਵਿਦਾ ਆਖ ਦਿੱਤਾ ਹੈ, ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਈ ਖੁਲਾਸੇ ਹੁੰਦੇ ਨੇ, ਸਵਾਲ ਚੁੱਕੇ ਜਾਂਦੇ ਨੇ। ਪਹਿਲਾਂ ਇਸ ਮਾਮਲੇ ਨੂੰ ਇੱਕ ਹਾਦਸੇ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀ, ਪਰ ਜਦੋਂ ਸਵਾਲ ਚੁੱਕੇ ਜਾਂਦੇ ਨੇ, ਇਹ ਕਈ ਤਿਣਕਾਂ ਸਾਹਮਣੇ ਆਉਂਦੀਆਂ ਨੇ, ਤਾਂ ਫਿਰ ਇਸ ਮਾਮਲੇ ਨੂੰ ਇਸ ਮਾਮਲੇ ਨੂੰ ਫਿਰ ਸ਼ੱਕ ਦੇ ਆਧਾਰ ਤੇ ਦੇਖਿਆ ਜਾਂਦਾ, ਜਿਸ ਤੋਂ ਬਾਅਦ ਬੀਤੇ ਕੱਲ ਦੀਪ ਸਿੱਧੂ ਦੀ ਅੰਤਿਮ ਅਰਦਾਸ ਸੀ ਤੇ ਅੱਜ ਜਿਹੜੀਆਂ ਦੀਪ ਸਿੱਧੂ ਦੀਆਂ ਅਸਥੀਆਂ ਨੇ ਉਹ ਜਲ ਪ੍ਰਵਾਹ ਕੀਤੀਆਂ ਗਈਆਂ ਨੇ। ਤਾਂ ਇਸ ਮੌਕੇ ਉੱਥੇ ਇੱਕ ਵੱਡਾ ਇਕੱਠ ਸੀ, ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਨਜ਼ਰ ਆਏ ਨੇ, ਖਾਸ ਕਰਕੇ ਦੀਪ ਸਿੱਧੂ ਦੇ ਭਰਾ, ਉਹਨਾਂ ਦੇ ਮਾਤਾ, ਉਹਨਾਂ ਦੇ ਧਰਮ ਪਤਨੀ। ਤਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਜੋ ਸਾਹਮਣੇ ਆਈਆਂ ਨੇ ਅੱਜ ਦੀਆਂ, ਜਿਹੜੀਆਂ ਭਾਵੁਕ ਕਰਕੇ ਰੱਖ ਦਿੰਦੀਆਂ ਨੇ। ਜੋ ਵੀ ਉਹਨਾਂ ਤਸਵੀਰਾਂ ਨੂੰ ਦੇਖਦਾ ਤਾਂ ਤੁਹਾਡੇ ਨਾਲ ਉਹ ਤਸਵੀਰਾਂ ਸਾਂਝੀਆਂ ਕਰਦੇ ਹਾਂ। करके सारे परिवार के नाल हुण परिवार मत्था टेक के हाँ जी मैं हुण मत्था टेक लिया जी। हुण जिहड़ा सीगा आखिरी रस्मां पूरीआं कर लियां परिवार ने। ਜਿਹੜਾ ਕੱਲ ਜਦੋਂ ਅੰਤਿਮ ਅਰਦਾਸ ਸੀਗੀ ਉਦੋਂ ਸੰਗਤਾਂ ਦਾ ਵਾਹਵਾ ਜਿਹੜਾ ਇਕੱਠ ਸੀਗਾ, ਬਹੁਤ ਜ਼ਿਆਦਾ ਜਿਹੜੇ ਪਿਆਰ ਸਤਿਕਾਰ ਬਣਿਆ, ਇਹਦੇ ਬਾਰੇ देखो तो संगतां दा सारियां जो बाई नूं प्यार करने वाले सी सारियां दा इसदा बहुत दिलों धन्नवाद करते हैं कि सारा जिहड़ा आखिरी रस्मां सी अरदास दियां उस च बहुत संगतां ने साडा सहयोग दिता ते सानूं कारज पूरा करन विच सारे साडा साथ दिता, सहयोग दिता। ते मैं गुरुद्वारा जिहड़ी कमेटी है गुरुद्वारा प्रबंधक कमेटी उन्हां दा भी बहुत बहुत धन्नवाद करदा भी उन्हां ने भी इन्ना जिहड़ा सीगा सिस्टमैटिक सानू सारा बना के दिता। सारे बाई दे नाल वाले जिहड़े सी उन्हां ने भी बहुत साथ दिता सारा सिस्टमैटिक करके। मैं सारिਆਂ ਦਾ बहुत बहुत ਧੰਨਵਾਦ ਕਰਦਾ। ਭਾਈ ਪਰਿਵਾਰ ਵੱਲੋਂ ਕਿਵੇਂ ਦੇਖਿਆ ਜਾਂਦਾ ਹੈ, ਕਿਉਂਕਿ ਕੱਲ ਵੀ ਅਰਦਾਸ ਮੌਕੇ ਕਈਆਂ ਦਾ ਇਹ ਕਹਿਣਾ ਸੀ ਕਿ ਇਹ ਸਾਜ਼ਿਸ਼ ਹੈ ਨਾ ਕਿ ਇੱਕ ਹਾਦਸਾ ਹੈ। ਤੁਹਾਡਾ ਪਰਿਵਾਰ ਵੱਲੋਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਪਰਿਵਾਰ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਉੱਥੇ ਸਿਰਫ 2-3 ਘੰਟੇ ਹੀ ਰੁਕੇ ਸੀ, ਉਸ ਤੋਂ ਇਹ ਲੱਗਦਾ ਵੀ ਇਹ ਐਕਸੀਡੈਂਟ ਆ। ਬਾਕੀ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਹੁਣ ਇੱਕ ਅੱਧੇ ਦਿਨ 'ਚ ਜਾਵਾਂਗੇ ਜੀ, ਬਾਕੀ ਉੱਥੋਂ ਫਿਰ ਪਤਾ ਲੱਗੂਗਾ। ਯੂਥ ਲਈ ਵਧੀਆ ਆਈਡਲ ਸਨ ਦੀਪ ਸਿੱਧੂ, ਕੀ ਸੁਨੇਹਾ ਦਊਂਗੇ ਯੂਥ ਨੂੰ ਤੁਸੀਂ? ਯੂਥ ਨੂੰ ਤਾਂ ਮੇਰਾ ਇਹੀ ਸੁਨੇਹਾ ਵੀ ਬਾਈ ਦੇ ਜੋ ਸ਼ਬਦ ਸੀ ਉਹਨਾਂ 'ਤੇ ਹੀ ਆਪਾਂ ਉਹਦਾ ਪਹਿਰਾ ਦਈਏ ਅਤੇ ਜੋ ਉਹ ਕਰਨਾ ਚਾਹੁੰਦਾ ਸੀ ਉਹਦੇ ਲਈ ਇਕਜੁੱਟ ਹੋ ਕੇ ਜ਼ਾਬਤੇ 'ਚ ਰਹਿ ਕੇ ਆਪਾਂ ਇਕੱਠੇ ਹੋ ਕੇ ਗਾਂਹ ਵਧੀਏ। ਜਥੇਬੰਦੀ ਬਾਈ ਦੀਪ ਨੇ ਸ਼ੁਰੂ ਕੀਤੀ ਸੀ, ਪਰ ਕੱਲ੍ਹ ਜਿਹੜੀਆਂ ਆਖਰੀ ਰਸਮਾਂ ਉਹ ਸਾਰਾ ਪਰਿਵਾਰਕ ਕੰਮ ਸੀਗਾ। ਉਹ ਜਿਹੜਾ ਆਖਰੀ ਰਸਮਾਂ ਉਹ ਜਥੇਬੰਦੀ ਤੋਂ ਉੱਪਰ ਉੱਠ ਕੇ ਸੀ, ਉਹ ਸਾਰੀਆਂ ਪਰਿਵਾਰ ਨੇ ਹੀ ਪੂਰੀਆਂ ਕਰਨੀਆਂ ਸੀ। ਸਾਰੀ ਜਥੇਬੰਦੀ ਨੇ ਸਾਡਾ ਸਾਥ ਦਿੱਤਾ, ਮੇਰੇ ਨਾਲ ਖੜ੍ਹੇ ਰਹੇ, ਸਾਰਾ ਕੰਮ ਕਾਰਜ ਕੀਤਾ ਉਹਨਾਂ ਨੇ ਆ ਮੈਨੂੰ ਮੂਹਰੇ ਲਾ ਕੇ। ਹੁਣ ਜਿਹੜਾ ਅੱਗੇ ਕਾਰਜ ਹੋਊਗਾ ਉਹ ਜਥੇਬੰਦੀ ਕਰੂਗੀ, ਉਹਨਾਂ ਨਾਲ ਮੈਂ ਹਮੇਸ਼ਾ ਖੜਾਂਗਾ। ਬਾਈ ਵਾਲੀ ਥਾਂ ਤਾਂ ਚਲੋ ਮੈਂ ਨਹੀਂ ਲੈ ਸਕਦਾ, ਪਰ ਉਹਨਾਂ ਨਾਲ ਹਮੇਸ਼ਾ ਮੈਂ ਨਾਲ ਰਹੂੰਗਾ ਜੀ।
ਸ਼ਰਧਾਂਜਲੀ ਦੇਣ ਪਹੁੰਚੇ ਹੋ, ਕਿਵੇਂ ਦੇਖਦੇ ਹੋ? ਅੱਜ ਜਿਹੜਾ ਸ਼ਹੀਦ ਬਾਈ ਦੀਪ ਸਿੱਧੂ ਹੋਇਆ ਸੀ, ਕੱਲ ਉਹਨਾਂ ਦਾ ਭੋਗ ਫਤਿਹਗੜ੍ਹ ਸਾਹਿਬ ਸੀ, ਉੱਥੇ ਵੀ ਅਲੱਗ-ਅਲੱਗ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਤੇ ਇਹਨਾਂ ਚੀਜ਼ਾਂ ਤੋਂ ਸਾਰੀਆਂ ਤੋਂ ਉੱਪਰ ਉੱਠ ਕੇ ਹਰ ਲੋਕ ਜਿਹੜੇ ਬਾਈ ਨੂੰ ਪਿਆਰ ਕਰਦੇ ਸੀ ਉਹ ਪਹੁੰਚੇ ਆ। ਅੱਜ ਇੱਥੇ ਪਤਾਲਪੁਰੀ ਸਾਹਿਬ ਬਾਈ ਜੀ ਦੇ ਜਿਹੜੇ ਫੁੱਲ ਆ ਉਹ ਵਿਸਰਜਿਤ ਕੀਤੇ ਗਏ ਆ। ਉਹਦੇ ਵਿੱਚ ਵੀ ਆਮ ਲੋਕਾਂ ਨਾਲ ਜਿਹੜੇ ਬਾਈ ਨੂੰ ਪਿਆਰ ਕਰਦੇ ਸੀ ਜਾਂ ਕਿਸਾਨ ਜਥੇਬੰਦੀਆਂ, ਮਜ਼ਦੂਰ, ਹੋਰ ਸਾਰਿਆਂ ਨੇ ਵੱਧ ਚੜ੍ਹ ਕੇ ਆ ਕੇ ਬਾਈ ਨੂੰ ਜਿਹੜਾ ਅੰਤਿਮ ਜਿਹੜੀ ਹੈ ਉਹ ਵਿਦਾਈ ਦਿੱਤੀ ਹੈ। ਇੱਕ ਤਰ੍ਹਾਂ ਉਹਨਾਂ ਦੇ ਫੁੱਲ ਜਿਹੜੇ ਵਿਸਰਜਿਤ ਕੀਤੇ ਆ ਔਰ ਵਾਹਿਗੁਰੂ ਕੋਲੋਂ ਇਹ ਅਰਦਾਸ ਕਰਦੇ ਆ ਕਿ ਉਹਨਾਂ ਦੀ ਜਿਹੜੀ ਵਿਛੜੀ ਰੂਹ ਹੈ ਆਤਮਾ ਨੂੰ ਆਪਣੇ ਚਰਨਾਂ 'ਚ ਨਮਾਜ਼ ਬਖਸ਼ੇ ਔਰ ਜਿਹੜੀ ਉਹਨਾਂ ਦੀ ਸੋਚ ਹੈ ਉਹ ਲੋਕਾਂ ਦੇ ਵਿੱਚ ਜਾ ਕੇ ਜਾਬਤੇ ਦੇ ਵਿੱਚ ਰਹਿ ਕੇ ਲੋਕਾਂ 'ਚ ਜਾ ਕੇ ਜਿਹੜੇ ਆ ਉਹ ਕੰਮ ਬਾਈ ਦੀ ਸੋਚ ਨੂੰ ਆਪਾਂ ਪੂਰਾ ਕਰੀਏ। ਸੋ ਬਹੁਤ ਬਹੁਤ ਧੰਨਵਾਦ। ਉਹਨਾਂ ਮਰਿਆਦਾ ਦੇ ਦਾਇਰੇ ਦੇ ਵਿੱਚ ਰਹਿੰਦੇ ਆ ਜਿਹੜੇ ਇਸ ਤਰ੍ਹਾਂ ਦੇ ਸਾਨੂੰ ਸੰਸਕਾਰ ਨੇ ਉਹ ਨਿਭਾਉਣੇ ਪੈਂਦੇ ਨੇ ਕਿ ਕੱਲ ਉਸ ਦੀ ਅੰਤਮ ਅਰਦਾਸ ਤੋਂ ਬਾਅਦ ਅੱਜ ਉਹਦਾ ਪਰਿਵਾਰ ਜਿਹੜਾ ਸੀ ਜਾਂ ਉਹਦੇ ਪਰਿਵਾਰ ਨਾਲ ਜੁੜੇ ਹੋਏ ਕੁਝ ਮੈਂਬਰ ਜਿਹੜੇ ਨੇ ਉਹ ਇੱਥੇ ਗੁਰਦੁਆਰਾ ਪਤਾਲਪੁਰੀ ਕੀਰਤਪੁਰ ਸਾਹਿਬ ਉਹਦੇ ਜਿਹੜੇ ਅਸਥ ਸੀਗੇ ਉਹ ਜਲ ਪ੍ਰਵਾਹ ਕਰਨ ਵਾਸਤੇ ਆਏ ਆ। ਕੋਈ ਸ਼ੱਕ ਨਹੀਂ ਕਿ ਬਹੁਤ ਵੱਡਾ ਘਾਟਾ ਪਿਆ ਹੈ ਪਰਿਵਾਰ ਦੇ ਵਾਸਤੇ ਔਰ ਜਿਸ ਤਰ੍ਹਾਂ ਦੇ ਨਾਲ ਉਸਨੇ ਆਪਣੀਆਂ ਬੋਲਾਂ ਦੇ ਨਾਲ, ਆਪਣੇ ਸ਼ਬਦਾਂ ਦੇ ਨਾਲ ਪੰਜਾਬ ਦੀ ਨੌਜਵਾਨੀ ਦੀ ਮਾਨਸਿਕਤਾ ਨੂੰ ਹਿਲਾਉਣਿਆ ਔਰ ਜਿੰਨੇ ਥੋੜ੍ਹੇ ਸਮੇਂ ਦੇ ਵਿੱਚ ਉਸਨੇ ਬਹੁਤ ਸਾਰੀਆਂ ਚੁਣੌਤੀਆਂ ਜਾਂ ਵਿਰੋਧਤਾਵਾਂ ਦਾ ਕਹਿ ਸਕਦੇ ਹੋ ਕਿ ਮੁਕਾਬਲਾ ਕਰਦੇ ਹੋਏ ਵੀ ਆਪਣਾ ਫਿਰ ਇੱਕ ਸਥਾਨ ਜਿਹੜਾ ਸੀ ਪੰਜਾਬ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਕਾਇਮ ਕੀਤਾ। ਉਹਦੇ ਕਰਕੇ ਲੋਕਾਂ ਦੇ ਮਨ ਦੇ ਵਿੱਚ ਇਸ ਚੀਜ਼ ਦਾ ਬੜਾ ਸਦਮਾ ਵੀ ਲੱਗਾ, ਧੱਕਾ ਵੀ ਲੱਗਾ। ਮੈਨੂੰ ਇੰਝ ਲੱਗਦਾ ਕਿ ਮੈਂ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਦਾ ਕੋਈ ਅੰਤਮ ਅਰਦਾਸ ਦਾ ਸਮਾਗਮ ਵੇਖਿਆ ਕਿ ਇੰਨੀ ਵੱਡੀ ਗਿਣਤੀ ਵੀ ਹੋਵੇ ਤੇ ਲੋਕੀ ਫਿਰ ਵੀ ਸ਼ਾਂਤੀ ਦੇ ਨਾਲ, ਪਿਆਰ ਦੇ ਨਾਲ ਜਿਹੜਾ ਸੀਗਾ ਉੱਥੋਂ ਕੱਲ੍ਹ ਸ਼ਾਮ ਤੱਕ ਜਿਹੜੇ ਸੀਗੇ ਉਹ ਵਿਦਾ ਹੋਏ। ਦੂਸਰੀ ਗੱਲ ਇਹ ਸੀਗੀ ਕਿ ਮੇਰੇ ਨਾਲ ਉਹਨਾਂ ਦੀ ਜਥੇਬੰਦੀ ਨਾਲ ਸੰਬੰਧਿਤ ਵੀਰ ਗੁਰਪ੍ਰੀਤ ਵੀ ਹੁਣੀ ਬੈਠੇ ਨੇ। ਇਹਦੇ ਵਿੱਚ ਬੇਸ਼ੱਕ ਇਹ ਜਿਹੜਾ ਸਮਾਗਮ ਸਾਰਾ ਸੀ ਉਹ ਪਰਿਵਾਰ ਦੇ ਵੱਲੋਂ ਲਿਖਿਆ ਗਿਆ ਸੀ ਅਤੇ ਜਿਹੜੀ ਜਥੇਬੰਦੀ ਹੈ ਉਹਦੇ ਜਿਸ ਤਰ੍ਹਾਂ ਮੈਂਬਰ ਜਿੰਨੇ ਵੀ ਸੀਗੇ ਉਸ ਦੀ ਦੀਪ ਦੀ ਆਪਣੀ ਬਣਾਈ ਹੋਈ ਜਥੇਬੰਦੀ ਵਾਰਿਸ ਪੰਜਾਬ ਦੇ ਉਹਦੇ ਵੱਲੋਂ ਸਹਿਯੋਗ ਦਿੱਤਾ ਗਿਆ ਬਤੌਰ ਸਹਿਯੋਗੀ ਜਥੇਬੰਦੀ ਜਿਹੜੀ ਉਸ 'ਚ ਸ਼ਾਮਲ ਹੋਈ। ਪਰ ਜਿਹੜਾ ਸਾਰਾ ਪ੍ਰਬੰਧ ਕਿਸ ਨੂੰ ਬੁਲਾਉਣਾ ਹੈ, ਕਿਸ ਤਰ੍ਹਾਂ ਦੇ ਨਾਲ ਉਹ ਸਾਰਾ ਪ੍ਰਬੰਧ ਚਲਾਉਣਾ ਹੈ, ਕਿਹੜੇ ਪ੍ਰਬੰਧ ਹੋਣਗੇ, ਉਹ ਸਾਰਾ ਪਰਿਵਾਰ ਦੇ ਵੱਲੋਂ ਕੀਤਾ ਗਿਆ। ਬਾਕੀ ਗੁਰਪ੍ਰੀਤ ਸਿੰਘ ਤੁਹਾਡੇ ਨਾਲ ਗੱਲ ਸਾਂਝੀ ਕਰ ਦਿੰਦਾ। ਠੀਕ ਹੈ। ਜੀ ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਅੰਤਰ ਅਰਦਾਸ ਦਾ, ਬਾਈ ਦੀ ਡੈਥ ਤੋਂ ਲੈ ਕੇ ਕੱਲ੍ਹ ਤੱਕ ਦੇ ਸਾਰੇ ਪ੍ਰੋਗਰਾਮ ਜਿਹੜੇ ਉਹ ਪਰਿਵਾਰ ਦੇ ਸੀਗੇ ਅਤੇ ਪਰਿਵਾਰ ਨੇ ਹੀ ਅੰਤਮ ਰਸਮਾਂ ਨਿਭਾਈਆਂ ਸੀਗੀਆਂ। ਬਟ ਜਥੇਬੰਦੀ ਦਾ ਬੈਕ ਤੋਂ ਪੂਰੀ ਸਪੋਰਟ ਸੀਗੀ। ਅਸੀਂ ਬਾਈ ਮਨਦੀਪ ਨੂੰ ਮੂਹਰੇ ਲਾ ਕੇ ਹੀ ਉਹਨਾਂ ਦੀ ਬੈਕ ਤੋਂ ਸਾਰੀ ਸਾਡੀ ਜਥੇਬੰਦੀ ਨੇ ਉਸ ਤਰ੍ਹਾਂ ਹੀ ਜਾਬਤੇ ਦੇ ਵਿੱਚ ਰਹਿ ਕੇ ਸਪੋਰਟ ਕੀਤੀ ਆ। ਅਸੀਂ ਜਥੇਬੰਦੀ ਦਾ ਕੋਈ ਵੀ ਚਿਹਰਾ ਜਾਂ ਕੁਝ ਵੀ ਉੱਥੇ ਮੂਹਰੇ ਇਸ ਕਰਕੇ ਨਹੀਂ ਕੀਤਾ ਕਿਉਂਕਿ ਅਸੀਂ ਪਰਿਵਾਰ ਨੂੰ ਹੀ ਮੂਹਰੇ ਰੱਖਣਾ ਚਾਹੁੰਦੇ ਸੀਗੇ ਤਾਂ ਕਿ ਜਿਹੜਾ ਇਹ ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਸੀਗਾ ਇਹ ਕਿਸੇ ਇੱਕ ਜਥੇਬੰਦੀ ਜਾਂ ਕਹਿ ਲਈਏ ਵੀ ਇੱਕ ਸੰਸਥਾ ਤੱਕ ਸੀਮਤ ਨਹੀਂ ਸੀਗਾ। ਉੱਥੇ ਪੂਰਾ ਪੰਜਾਬ ਈਵਨ ਕਿ ਪੂਰੀ ਨਾਨਕ ਲੇਵਾ ਸੰਗਤ ਜਿਹੜੀ ਸੀਗੀ, ਨਾਨਕ ਨਾਮ ਲੇਵਾ ਸੰਗਤ, ਉਹ ਸਾਰੀ ਪਹੁੰਚੀ ਹੋਈ ਸੀਗੀ ਅਤੇ ਉਹ ਕਿਸੇ ਵੀ ਇੱਕ ਜਥੇਬੰਦੀ ਤੱਕ ਆਪਾਂ ਸੀਮਤ ਨਹੀਂ ਰੱਖ ਸਕਦੇ। ਬਟ ਜਥੇਬੰਦੀ ਜਿਹੜੀ ਬਾਈ ਦਾ ਇੱਕ ਸੁਪਨਾ ਸੀਗਾ ਉਹ ਅੱਜ ਵੀ ਪਰਿਵਾਰ ਦੇ ਨਾਲ ਖੜੀ ਆ ਅਤੇ ਪਰਿਵਾਰ ਦੇ ਨਾਲ ਕੱਲ੍ਹ ਵੀ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਉਹਨਾਂ ਨੇ ਪ੍ਰੋਗਰਾਮ ਨਿਪਟੇ ਚਾੜਿਆ ਗੁਰੂ ਸਾਹਿਬ ਦੀ ਕਿਰਪਾ ਨਾਲ। ਤੁਸੀਂ ਕਿਸ ਤਰ੍ਹਾਂ ਜਿਹੜੀ ਰਣਨੀਤੀ ਤਿਆਰ ਕਰੋਗੇ ਜਥੇਬੰਦੀ ਜਿਹੜੀ? ਦੇਖੋ ਜੀ, ਸਾਡੇ ਕੋਲੇ ਜਿਵੇਂ ਬਾਈ ਜੀ ਹੁਣੀ ਡਾਕਟਰ ਉਦੋਕੇ ਸਾਹਿਬ ਹੁਣਾਂ ਦੀ ਅਤੇ ਬਾਪੂ ਅਜਮੇਰ ਸਿੰਘ ਹੁਣਾਂ ਦੀ ਰਾਇ ਲੈ ਕੇ ਰਾਇ ਦੇ ਨਾਲ ਸਾਰੇ ਕਾਰਜ ਨੂੰ ਗਾਂਹ
ਤਰ੍ਹਾਂ ਅੱਗੇ ਲਾਉਂਦੇ ਹੁੰਦੇ ਸੀਗੇ, ਉਸੇ ਤਰ੍ਹਾਂ ਇਹ ਇੰਟੈਕਚੁਅਲ ਜਿਹੜੇ ਬੰਦੇ ਸਾਡੇ ਕੋਲੇ ਅੱਜ ਵੀ ਹੈਗੇ ਨੇ। ਬਾਈ ਦੀ ਘਾਟ ਅਸੀਂ ਪੂਰੀ ਨਹੀਂ ਕਰ ਸਕਦੇ, ਪਰ ਬਾਈ ਦੇ ਦਿੱਤੇ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਜਿਹੜੀ ਵਾਰਸ ਪੰਜਾਬ ਦੇ ਇੱਕ ਯੂਨਿਟ ਬਣਿਆ, ਇੱਕ ਸੰਸਥਾ ਬਣੀ ਹੈ, ਇਸੇ ਤਰ੍ਹਾਂ ਕੰਮ ਕਰੇਗੀ ਅੱਗੇ ਤੋਂ? ਜੀ ਬਿਲਕੁਲ, ਵਾਰਸ ਪੰਜਾਬ ਦੇ ਜਥੇਬੰਦੀ ਇਸੇ ਤਰ੍ਹਾਂ ਹੀ ਆਪਦਾ ਕਾਰਜ ਕਰਦੀ ਰਹੂਗੀ। ਅਸੀਂ ਉਹਦੀਆਂ ਇਕਾਈਆਂ ਪਿੰਡ ਲੈਵਲ ਤੱਕ ਬਣਾਵਾਂਗੇ। ਕੱਲ ਅਸੀਂ ਇੱਕ ਜਥੇਬੰਦੀ ਦੀ ਰਜਿਸਟ੍ਰੇਸ਼ਨ ਸੰਬੰਧੀ ਕੁਝ ਨਾਮ ਲੈਣ ਵਾਸਤੇ ਕੁਝ ਬੂਥ ਲਾਏ ਸੀ। ਸਾਰਾ ਦਿਨ ਉਹਨਾਂ ਬੂਥਾਂ ਤੋਂ ਰਸ਼ ਨਹੀਂ ਟੁੱਟਿਆ ਤੇ ਕਈ ਸੌਆਂ ਦੇ ਹਿਸਾਬ ਨਾਲ ਉੱਥੇ ਰਜਿਸਟਰ ਜਿਹੜੇ ਲੋਕਾਂ ਨੇ ਆਪਦੀ ਰਜਿਸਟ੍ਰੇਸ਼ਨ ਕਰਕੇ ਭਰਦੇ, ਜਿਹੜੇ ਬਾਈ ਨੂੰ ਪਿਆਰ ਕਰਦੇ ਆ। ਅਸੀਂ ਹਰ ਇੱਕ ਬੰਦੇ ਤੱਕ ਪਹੁੰਚ ਕਰਾਂਗੇ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਇੱਕ ਗੱਲ ਇੱਥੇ ਪਲੱਸ ਕਰਨੀ ਚਾਹੁੰਦਾ ਕਿ ਵੀ ਅਸੀਂ ਵੀ ਆਪਦੀ ਜਥੇਬੰਦੀ ਵੱਲੋਂ ਉਸ ਸਾਰੀ ਸੰਗਤ ਦਾ ਜਿਹੜੀ ਕੱਲ ਬਾਈ ਨੂੰ ਪਿਆਰ ਕਰਨ ਵਾਲੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਸੀ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਇੰਨਾ ਜਾਬਤੇ ਦੇ ਵਿੱਚ ਰਹੇ। ਆਮ ਕੀ ਆਪਾਂ ਵੇਖਦੇ ਆਉਂਦੇ ਆ ਪਿਛਲੇ ਕਾਫੀ ਸਮੇਂ ਤੋਂ ਕਿ ਵੀ ਜਦੋਂ 2-4 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ ਉੱਥੇ ਲੜਾਈ ਝਗੜੇ ਦਾ ਖਦਸ਼ਾ ਹੋ ਜਾਂਦਾ, ਪਰ ਬਾਈ ਨੇ ਜਿਸ ਤਰ੍ਹਾਂ ਜਾਬਤੇ ਵਿੱਚ ਰਹਿ ਕੇ ਹੁਣ ਤੱਕ ਐਕਟੀਵਿਟੀਆਂ ਕੀਤੀਆਂ ਸੀ, ਆਖਰੀ ਰਸਮਾਂ ਵੀ ਬਾਈ ਦੀਆਂ ਸੰਗਤ ਨੇ ਜਾਬਤੇ ਵਿੱਚ ਰਹਿ ਕੇ ਪੂਰੀਆਂ ਕੀਤੀਆਂ ਸੀ। ਉਹਦੇ ਲਈ ਸਾਰੀਆਂ ਸੰਗਤਾਂ ਦਾ, ਸਾਰੇ ਸਹਿਯੋਗੀ ਜਿਹੜੇ ਆਸੇ-ਪਾਸੇ ਜਿਨ੍ਹਾਂ ਨੇ ਲੰਗਰ ਲਾਏ, ਪ੍ਰਬੰਧ ਕੀਤੇ, ਆਪਦੇ ਲੈਵਲ ਤੇ ਲਿਟਰੇਚਰ ਵੰਡਿਆ, ਖੂਨਦਾਨ ਕੈਂਪ ਲੱਗੇ, ਈਵਨ ਕਿ ਜਿੰਨੀ ਸੰਗਤ ਉੱਥੇ ਪਹੁੰਚੀ, ਸਾਰਿਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਬਤੇ 'ਚ ਰਹੇ ਹੋ ਤੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਉੱਥੇ ਤੁਹਾਡੇ ਪਹੁੰਚਣ ਲਈ। ਉਹ ਕਰਕੇ ਸਾਰੇ ਪਰਿਵਾਰ ਦੇ ਨਾਲ ਹੁਣ ਪਰਿਵਾਰ ਮੱਥਾ ਟੇਕ ਕੇ ਹਾਂਜੀ ਮੈਂ ਹੁਣ ਮੱਥਾ ਟੇਕ ਲਿਆ ਜੀ। ਹੁਣ ਜਿਹੜਾ ਸੀਗਾ ਆਖਰੀ ਰਸਮਾਂ ਪੂਰੀਆਂ ਕਰ ਲਈਆਂ ਪਰਿਵਾਰ ਨੇ। ਜਿਹੜਾ ਕੱਲ ਜਦੋਂ ਅੰਤਿਮ ਅਰਦਾਸ ਸੀਗੀ ਉਦੋਂ ਸੰਗਤਾਂ ਦਾ ਵਾਹ ਜਿਹੜਾ ਇਕੱਠ ਸੀਗਾ, ਬਹੁਤ ਜ਼ਿਆਦਾ ਜਦੋਂ ਪਿਆਰ ਸਤਿਕਾਰ ਬਣਿਆ, ਇਹਦੇ ਬਾਰੇ ਦੇਖੋ, ਉਹ ਤਾਂ ਸੰਗਤਾਂ ਦਾ ਸਾਰੀਆਂ ਜੋ ਬਾਈ ਨੂੰ ਪਿਆਰ ਕਰਨ ਵਾਲੇ ਸੀ ਸਾਰਿਆਂ ਦਾ ਇਸ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਰਾ ਜਿਹੜਾ ਆਖਰੀ ਰਸਮਾਂ ਸੀ ਅਰਦਾਸ ਦੀਆਂ ਉਸ 'ਚ ਬਹੁਤ ਸੰਗਤਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਸਾਨੂੰ ਕਾਰਜ ਪੂਰਾ ਕਰਨ ਵਿੱਚ ਸਾਰੇ ਸਾਡਾ ਸਾਥ ਦਿੱਤਾ, ਸਹਿਯੋਗ ਦਿੱਤਾ। ਤੇ ਮੈਂ ਗੁਰਦੁਆਰਾ ਜਿਹੜੀ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਵੀ ਉਹਨਾਂ ਨੇ ਵੀ ਇੰਨਾ ਜਿਹੜਾ ਸੀਗਾ ਸਿਸਟਮੈਟਿਕ ਸਾਨੂੰ ਸਾਰਾ ਬਣਾ ਕੇ ਦਿੱਤਾ। ਸਾਰੇ ਬਾਈ ਦੇ ਨਾਲ ਵਾਲੇ ਜਿਹੜੇ ਸੀ ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਸਾਰਾ ਸਿਸਟਮੈਟਿਕ ਕਰਕੇ। ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਭਾਈ ਪਰਿਵਾਰ ਵੱਲੋਂ ਕਿਵੇਂ ਦੇਖਿਆ ਜਾਂਦਾ ਹੈ, ਕਿਉਂਕਿ ਕੱਲ ਵੀ ਅਰਦਾਸ ਮੌਕੇ ਕਈਆਂ ਦਾ ਇਹ ਕਹਿਣਾ ਸੀ ਕਿ ਇਹ ਸਾਜ਼ਿਸ਼ ਹੈ ਨਾ ਕਿ ਇੱਕ ਹਾਦਸਾ ਹੈ, ਤੁਹਾਡਾ ਪਰਿਵਾਰ ਵੱਲੋਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਪਰਿਵਾਰ ਜਿਹੜੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਵੀ ਮੈਂ ਉੱਥੇ ਸਿਰਫ 2-3 ਘੰਟੇ ਹੀ ਰੁਕੇ ਸੀ, ਉਸ ਤੋਂ ਇਹ ਲੱਗਦਾ ਵੀ ਇਹ ਐਕਸੀਡੈਂਟ ਆ। ਬਾਕੀ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਹੁਣ ਇੱਕ ਅੱਧੇ ਦਿਨ 'ਚ ਜਾਵਾਂਗੇ ਜੀ, ਬਾਕੀ ਉੱਥੋਂ ਫਿਰ ਪਤਾ ਲੱਗੂਗਾ। ਯੂਥ ਲਈ ਵਧੀਆ ਆਈਡਲ ਸਨ ਦੀਪ ਸਿੱਧੂ, ਕੀ ਸੁਨੇਹਾ ਦਊਂਗੇ ਯੂਥ ਨੂੰ ਤੁਸੀਂ? ਯੂਥ ਨੂੰ ਤਾਂ ਮੇਰਾ ਇਹੀ ਸੁਨੇਹਾ ਵੀ ਬਾਈ ਦੇ ਜੋ ਸ਼ਬਦ ਸੀ ਉਹਨਾਂ 'ਤੇ ਹੀ ਆਪਾਂ ਉਹਦਾ ਪਹਿਰਾ ਦਈਏ ਤੇ ਜੋ ਉਹ ਕਰਨਾ ਚਾਹੁੰਦਾ ਸੀ ਉਹਦੇ ਲਈ ਇਕਜੁੱਟ ਹੋ ਕੇ ਜਾਬਤੇ 'ਚ ਰਹਿ ਕੇ ਆਪਾਂ ਇਕੱਠੇ ਹੋ ਕੇ ਗਾਂਹ ਵਧੀਏ। ਤੇ ਜਥੇਬੰਦੀ ਬਾਈ ਦੀਪ ਨੇ ਸ਼ੁਰੂ ਕੀਤੀ ਸੀ, ਪਰ ਕੱਲ ਜਿਹੜੀਆਂ ਆਖਰੀ ਰਸਮਾਂ ਉਹ ਸਾਰਾ ਪਰਿਵਾਰਕ ਕੰਮ ਸੀਗਾ। ਉਹ ਜਿਹੜਾ ਆਖਰੀ ਰਸਮਾਂ ਉਹ ਜਥੇਬੰਦੀ ਤੋਂ ਉੱਪਰ ਉੱਠ ਕੇ ਸੀ, ਉਹ ਸਾਰੀਆਂ ਪਰਿਵਾਰ ਨੇ ਹੀ ਪੂਰੀਆਂ ਕਰਨੀਆਂ ਸੀ। ਸਾਰੀ ਜਥੇਬੰਦੀ ਨੇ ਸਾਡਾ ਸਾਥ ਦਿੱਤਾ, ਮੇਰੇ ਨਾਲ ਖੜੇ ਰਹੇ, ਸਾਰਾ ਕੰਮ ਕਾਰਜ ਕੀਤਾ ਉਹਨਾਂ ਨੇ ਆ ਮੈਨੂੰ ਮੂਹਰੇ ਲਾ ਕੇ। ਹੁਣ ਜਿਹੜਾ ਅੱਗੇ ਕਾਰਜ ਹੋਊਗਾ ਉਹ ਜਥੇਬੰਦੀ ਕਰੂਗੀ, ਉਹਨਾਂ ਨਾਲ ਮੈਂ ਹਮੇਸ਼ਾ ਖੜਾਂਗਾ। ਬਾਈ ਵਾਲੀ ਥਾਂ ਤਾਂ ਚਲੋ ਮੈਂ ਨਹੀਂ ਲੈ ਸਕਦਾ, ਪਰ ਉਹਨਾਂ ਨਾਲ ਹਮੇਸ਼ਾ ਮੈਂ ਨਾਲ ਰਹੂੰਗਾ ਜੀ।